ਐਮਏ ਭਾਗ ਪਹਿਲਾ ਸਾਹਿਤ ਆਲੋਚਨਾ ਦੇ ਸਿਧਾਂਤ ਦੇ ਪਿਛਲੇ ਲੈਕਚਰ ਦੇ ਵਿੱਚ ਅਸੀਂ ਕਰ ਰਹੇ ਸੀ ਕਾਵਿ ਦੇ ਭੇਦ। ਉਸ ਲੈਕਚਰ ਦੇ ਵਿੱਚ ਅਸੀਂ ਨੇ ਕਾਵਿ ਦੇ ਰੂਪ ਦੇ ਆਧਾਰ ਤੇ ਉਹਦੀਆਂ ਕਿਸਮਾਂ ਕਰੀਆਂ ਸੀ, ਜਿਹਦੇ ਵਿੱਚ ਮੋٹے ਤੌਰ ਤੇ ਦ੍ਰਿਸ਼ ਕਾਵਿ ਜੋ ਦੇਖਿਆ ਜਾਂਦਾ ਅੱਖਾਂ ਰਾਹੀਂ ਉਹ ਸਾਰੇ ਸਾਹਿਤ ਰੂਪ, ਦ੍ਰਿਸ਼ ਕਾਵਿ ਦੂਸਰਾ ਸੀਗਾ ਸ਼ਰਵ ਕਾਵਿ ਜਿਹੜਾ ਸੁਣਿਆ ਜਾ ਸਕਦਾ ਹੈ, ਤੇ ਤੀਸਰਾ ਜਿਹੜਾ ਹੈ ਉਹ ਮਿਸ਼ਰ ਸੀਗਾ, ਮਤਲਬ ਕਿ ਜਿਹਦੇ ਵਿੱਚ ਦੋਨੋਂ ਕਿਸਮ ਦੇ ਗੁਣ ਹੋਣ, ਸ਼ਰਾਵ ਤੇ ਦ੍ਰਿਸ਼ ਵਾਲੇ। ਤਾਂ ਮੋٹے ਤੌਰ ਤੇ ਇਹ ਵੰਡ ਜਿਹੜੀ ਉਹ ਕੀਤੀ ਗਈ ਸੀ, ਜਾਂ ਜਿਸ ਨੂੰ ਜਿਹੜਾ ਮਿਸ਼ਰ ਹੈ ਉਸ ਨੂੰ ਚੰਪੂ ਕਾਵਿ ਦਾ ਵੀ ਨਾਂ ਦਿੱਤਾ ਗਿਆ। ਤਾਂ ਇਸ ਤਰ੍ਹਾਂ ਅਸੀਂ ਨੇ ਰੂਪ ਦੇ ਆਧਾਰ ਤੇ ਜਾਂ ਰਚਨਾਵਾਂ ਦੀ ਜਿਹੜੀ ਲੰਬਾਈ ਹੈ, ਕਿੰਨੀਆਂ ਲੰਮੀਆਂ ਰਚਨਾਵਾਂ ਨੇ, ਕਿੰਨੀਆਂ ਵਿਸਤ੍ਰਿਤ ਰਚਨਾਵਾਂ ਨੇ ਜਾਂ ਸੰਖੇਪ ਰਚਨਾਵਾਂ ਨੇ, ਉਸ ਆਧਾਰ ਤੇ ਅਸੀਂ ਮਹਾਕਾਵਿ ਤੇ ਮੁਕਤਕ ਕਾਵਿ ਇਹ ਵੰਡ ਕਰੀ ਸੀ। ਤਾਂ ਕਈ ਵੰਡਾਂ, ਕਈ ਆਚਾਰਿਆ ਲੋਕਾਂ ਦੀਆਂ ਵੰਡਾਂ ਅਸੀਂ ਨੇ ਰੂਪ ਦੇ ਆਧਾਰ ਤੇ ਕਰੀਆਂ। ਤੇ ਅੱਜ ਦਾ ਜਿਹੜਾ ਲੈਕਚਰ ਹੈ ਇਹਦੇ ਵਿੱਚ ਅਸੀਂ ਕਰਾਂਗੇ ਅਰਥ ਦੇ ਆਧਾਰ ਤੇ, ਅਤੇ ਜਿਹੜਾ ਲਾਸਟ ਹੈ ਤੀਸਰਾ ਹੈ ਉਹ ਹੈ ਭਾਸ਼ਾ ਦੇ ਆਧਾਰ ਤੇ। ਅੱਜ ਅਸੀਂ ਇਹ ਜਿਹੜਾ ਹੈ ਦੂਜਾ ਹਿੱਸਾ ਇਸ ਟੌਪਿਕ ਦਾ ਡਿਸਕਸ ਕਰਾਂਗੇ। ਇਹਦੇ ਵਿੱਚ ਕੀ ਹੈ ਕਿ ਅਰਥ ਦੇ ਆਧਾਰ ਤੇ ਜਿਹੜੇ ਨੇ ਕਾਵਿ ਦੇ ਭੇਦ ਨੇ ਉਹ ਕਿੰਨੇ ਮੰਨੇ ਗਏ ਨੇ। ਹੁਣ ਇਹਦੇ ਵਿੱਚ ਅਸੀਂ ਨੇ ਜਿਹੜੀ ਹੈ ਬੇਟੇ ਚਰਚਾ ਕਰਨੀ ਹੈ ਕਿ ਆਨੰਦ ਵਰਧਨ ਦੀ ਇਹਦੇ ਵਿੱਚ ਚਰਚਾ ਹੈ। ਇੱਕ ਅੱਧਾ ਅੱਖਰ ਜਿਹੜਾ ਬੇਟੇ ਕੱਟਿਆ ਗਿਆ ਹੈ। ਹਾਂ, ਇੱਥੋਂ ਜਿਹੜਾ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਧੁਨੀ ਸੰਪਰਦਾਇ ਦੇ ਮੋਢੀ ਆਨੰਦ ਵਰਧਨ ਦੀ ਅਸੀਂ ਗੱਲ ਕਰਨੀ ਹੈ। ਇੱਥੇ ਪ੍ਰਵਰਤਕ ਹੈ ਸ਼ਬਦ, ਯਾਨੀ ਕਿ ਮੋਢੀ ਆਨੰਦ ਵਰਧਨ ਜਿਹੜਾ ਹੈ ਉਹ ਕੀ ਦੱਸਦਾ ਹੈ। ਉਹਦੇ ਵਿੱਚ ਉਹ ਕਹਿੰਦੇ ਨੇ ਅੱਗੇ, ਹਾਂ ਇਹਦੇ ਵਿੱਚ ਵਾਚਯ ਅਤੇ ਪ੍ਰਤਿਮਾਨ ਦੋ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਨੇ ਅਰਥ ਦੇ ਆਧਾਰ ਤੇ ਵੰਡ ਕਰੀ ਹੈ। ਇਹ ਮੈਂ ਦੁਬਾਰਾ ਤੁਹਾਨੂੰ ਜਿਹੜਾ ਹੈ ਇਹਦਾ ਭੇਜ ਦਾਂਗੇ। ਇੱਕ ਅੱਧਾ ਅੱਖਰ ਹੀ ਕੱਟਿਆ ਗਿਆ। ਇਹਨਾਂ ਦੋਹਾਂ ਅਰਥਾਂ ਦੀ ਪ੍ਰਧਾਨਤਾ ਅਥਵਾ ਅਪ੍ਰਧਾਨਤਾ ਦੇ ਆਧਾਰ ਤੇ ਧੁਨੀਵਾਦੀ ਆਚਾਰੀਆਂ ਨੇ ਧੁਨੀ ਕਾਵਿ, ਗੁਣੀ ਭੂਤ ਵਿਅੰਗ ਕਾਵਿ ਅਤੇ ਚਿੱਤਰ ਕਾਵਿ ਤਿੰਨ ਕਾਵਿ ਭੇਦ ਕਰੇ ਨੇ। ਇਹਦੇ ਵਿੱਚ ਕੀ ਹੈ ਕਿ ਅਰਥ ਦੇ ਆਧਾਰ ਤੇ ਇੱਕ ਤਾਂ ਇਹ ਅਰਥ ਹੁੰਦੇ ਨੇ ਕਿ ਵਾਚਯ ਅਰਥ ਨੇ, ਤੇ ਦੂਸਰਾ ਹੈ ਪ੍ਰਤਿਮਾਨ ਅਰਥ। ਇਸ ਆਧਾਰ ਤੇ ਅੱਗੋਂ ਵੰਡਾਂ ਹੋਈਆਂ ਨੇ। ਤਾਂ ਇਹ ਵੰਡ ਜਿਹੜੀ ਹੈ ਪਹਿਲੀ ਧੁਨੀ ਕਾਵਿ, ਗੁਣੀ ਭੂਤ ਵਿਅੰਗ ਕਾਵਿ ਅਤੇ ਚਿੱਤਰ ਕਾਵਿ, ਇਹ ਜਿਹੜੇ ਨੇ ਧੁਨੀ ਦੇ ਆਧਾਰ ਤੇ ਕਰੇ ਨੇ। ਕਿਉਂਕਿ ਜਿਹੜਾ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਧੁਨੀ ਸੰਪਰਦਾਇ ਹੈ ਉਹਦਾ ਮੋਢੀ ਹੈ ਆਨੰਦ ਵਰਧਨ। ਉਹ ਕੀ ਕਹਿੰਦਾ ਹੈ, ਹੁਣ ਇਹ ਜਿਹੜੇ ਦੋਨੋਂ ਆਪਣੇ ਅਰਥ ਨੇ ਵਾਚਯ ਅਰਥ ਤੇ ਪ੍ਰਤਿਮਾਨ ਅਰਥ, ਇਹਦਾ ਭਾਵ ਇਹੀ ਹੈ ਕਿ ਸਿੰਪਲੀ ਇੱਕ ਤਾਂ ਅਸੀਂ ਨੇ ਧੁਨੀ ਤੋਂ ਲਿਆ। ਹੁਣ ਜਦੋਂ ਅੱਗੇ ਆਪਾਂ ਡਿਸਕਸ਼ਨ ਕਰਾਂਗੇ ਨਾ ਤਾਂ ਫਰਕ ਪਤਾ ਲੱਗ ਜਾਏਗਾ। ਇੱਕ ਤਾਂ ਆਪਾਂ ਕੋਈ ਸ਼ਬਦ ਸੁਣਦੇ ਆ, ਉਹਦੇ ਸਧਾਰਨ ਅਰਥ ਕਰਦੇ ਆ। ਇੱਕ ਅਸੀਂ ਉਹਦੇ ਅਰਥਾਂ ਤੋਂ ਹੋਰ ਥੋੜੇ ਡੂੰਘੇ ਅਰਥਾਂ ਦੇ ਵਿੱਚ ਚਲੇ ਜਾਂਦੇ ਆ, ਅਗਲੇਰੇ ਅਰਥਾਂ ਦੇ ਵਿੱਚ, ਗਹਿਰੇ ਅਰਥਾਂ ਦੇ ਵਿੱਚ ਚਲੇ ਜਾਂਦੇ ਆ। ਤਾਂ ਦੋ ਤਰ੍ਹਾਂ ਦੇ ਅਰਥ ਲੈਂਦੇ ਆ ਅਸੀਂ। ਇੱਕ ਨੂੰ ਅਸੀਂ ਕਹਿ ਦਿੰਦੇ ਆ ਕਿ ਸਤਹੀ ਅਰਥ ਲੈਂਦੇ ਆ, ਇੱਕ ਅਸੀਂ ਲੈਂਦੇ ਆ ਕਿ ਉਹ ਥੋੜੇ ਗਹਿਰੇ ਅਰਥ ਲੈਂਦੇ ਆ। ਤਾਂ ਇਹ ਜਿਹੜੀ ਧੁਨੀ ਹੈ ਉਹਦੇ ਵਿੱਚ ਅੱਗੋਂ ਅਸੀਂ ਨੇ BA ਦੇ ਵਿੱਚ ਵੀ ਬੇਟੇ ਕਰੀਆਂ ਸੀ ਸ਼ਬਦ ਸ਼ਕਤੀਆਂ। ਉਹਦੇ ਵਿੱਚ ਅਸੀਂ ਨੇ ਲਿਟਰੇਚਰ ਦੇ ਵਿੱਚ ਜਿਹੜੇ ਆਲੋਚਨਾ ਦੇ ਥੋੜੇ ਮੂਲ ਸੰਕਲਪ ਕਰੇ ਸੀ। ਉਹਦੇ ਵਿੱਚ ਇੱਕ ਸੰਕਲਪ ਸੀਗਾ ਸ਼ਬਦ ਸ਼ਕਤੀਆਂ ਵਾਲਾ, ਜਿਹਦੇ ਵਿੱਚ ਅਭਿਧਾ, ਲੱਖਣਾ ਔਰ ਵਿਅੰਜਨਾ ਸੀ। ਇਹ ਤਿੰਨ ਸ਼ਕਤੀਆਂ ਸੀਗੀਆਂ। ਤਿੰਨ ਅਸੀਂ ਨੇ ਕਰੀ, ਇਹਦੀ ਡੈਫੀਨੇਸ਼ਨਸ ਅਸੀਂ ਨੇ ਕਰਨੀਆਂ ਸੀ। ਹੁਣ ਜਿਹੜੀ ਅਭਿਧਾ, ਲੱਖਣਾ, ਵਿਅੰਜਨਾ ਹੈ, ਇਹ ਤਿੰਨੋਂ ਚੀਜ਼ਾਂ ਕੀ ਨੇ? ਇਹ ਧੁਨੀ ਸੰਪਰਦਾਇ ਨੇ ਦਿੱਤਾ ਇਹ ਸਾਰਾ, ਕਿ ਅਸੀਂ ਕਿਸੇ ਵੀ ਸ਼ਬਦ ਦੇ ਜਾਂ ਕਿਸੇ ਰਚਨਾ ਦੇ ਅਰਥ ਅਸੀਂ ਕਿਵੇਂ ਲੈਂਦੇ ਆ। ਉਹਦੇ ਵਿੱਚ ਉਹਨਾਂ ਨੇ ਸ਼ਬਦ ਦੀ ਸ਼ਕਤੀ ਦੇ ਵਰਗਾਂ ਦੀ ਗੱਲ ਕਰੀ ਹੈ ਕਿ ਉਹਦੇ ਵਿੱਚ ਪਹਿਲੇ ਅਰਥ ਹੁੰਦੇ ਨੇ ਅਭਿਧਾਮਈ ਅਰਥ, ਜਿਨ੍ਹਾਂ ਨੂੰ ਅਸੀਂ ਸਤਹੀ ਅਰਥ ਕਹਿ ਦਿੰਦੇ ਆ, ਸਪਾਟ ਜੇ ਉੱਪਰਲੇ ਅਰਥ, ਉਹਦੇ ਚ ਬਾਹਲੀ ਗਹਿਰਾਈ ਚ ਨਹੀਂ ਜਾਂਦੇ। ਜਿਹੜੇ ਲੱਛਣਾਰਥ ਹੁੰਦੇ ਨੇ, ਜਿਹਨੂੰ ਅਸੀਂ ਲਖਣਾਰਥ ਕਹਿੰਦੇ ਆ, ਲੱਖਣਾ ਸ਼ਕਤੀ, ਉਹ ਹੁੰਦਾ ਹੈ ਕਿ ਥੋੜਾ ਜਿਹਾ ਇਸ਼ਾਰਾ ਜਿਹਾ ਮਿਲ ਗਿਆ ਕਿ ਕੁਝ ਇਸ ਭਾਂਤ ਦਾ ਇਹਦਾ ਅਰਥ ਹੋ ਸਕਦਾ ਹੈ। ਤੇ ਜਿਹੜੀ ਵਿਅੰਜਨਾ ਹੈ ਉਹ ਹੈਗਾ ਗਹਿਰਾ ਅਰਥ, ਜਿਹਦਾ ਐਕਚੁਅਲੀ ਮਕਸਦ ਹੈ, ਧੁਨੀ ਕਾਵਿ ਕਹਿੰਦਾ ਕਿ ਜਦ ਤੱਕ ਅਸੀਂ ਕਿਸੇ ਰਚਨਾ ਦੇ ਉਹਨਾਂ ਛੁਪੇ ਹੋਏ ਅਰਥਾਂ ਤੱਕ ਨਹੀਂ ਜਾਂਦੇ ਉਦੋਂ ਤੱਕ ਸਾਨੂੰ ਉਸ ਰਚਨਾ ਦਾ ਆਨੰਦ ਨਹੀਂ ਆਉਂਦਾ। ਤਾਂ ਇਸ ਲਈ ਉਹ ਇਹ ਕਹਿੰਦੇ ਨੇ ਕਿ ਜਿਹੜੀ ਧੁਨੀ ਹੈ
ਉਹ ਕਾਵ ਦੀ ਆਤਮਾ ਹੈ ਜਦ ਤੱਕ ਉਹ ਧੁਨੀ ਕ੍ਰੀਏਟ ਨਾ ਹੋਵੇ। ਇਹ ਧੁਨੀ ਦੇ ਲਈ ਉਹ ਐਗਜ਼ਾਮਪਲ ਜਿਹੜੀ ਹੈ ਭਾਰਤੀ ਕਾਵ ਸ਼ਾਸਤਰ ਦੇ ਵਿੱਚ ਧੁਨੀ ਸੰਪਰਦਾਇ ਦੇ ਵਿੱਚ ਅਸੀਂ ਕਰਦੇ ਹਾਂ। ਉਹ ਕਹਿੰਦੇ ਜਿਵੇਂ ਮੰਦਿਰ ਦੇ ਵਿੱਚ ਟੱਲ ਖੜਕਦਾ ਜਾਂ ਘੰਟੀ ਖੜਕਦੀ ਹੈ, ਅਸੀਂ ਖੜਕਾਉਂਦੇ ਹਾਂ, ਸੱਟ ਇੱਕ ਵਾਰੀ ਵੱਜਦੀ ਹੈ, ਓਕੇ, ਪਰ ਉਹਦੀ ਗੂੰਜ ਜਿਹੜੀ ਹੈ ਲੰਮੇ ਸਮੇਂ ਤੱਕ ਸਾਨੂੰ ਸੁਣਾਈ ਦਿੰਦੀ ਰਹਿੰਦੀ ਹੈ। ਐਕਚੁਅਲੀ ਉਹ ਕਹਿੰਦੇ ਨੇ ਕਿ ਸ਼ਬਦ ਇੱਕ ਸੱਟ ਵਰਗੇ ਨੇ, ਪਰ ਜਿਹੜੇ ਅਰਥ ਨੇ ਉਹ ਹੋਰ ਗਹਿਰੇ ਹੁੰਦੇ ਰਹਿੰਦੇ ਨੇ। ਤੇ ਜਿਵੇਂ ਧੁਨੀ ਦਾ ਜਿਹੜੀ ਸਾਨੂੰ ਆਵਾਜ਼ ਹੈ ਕੰਨਾਂ ਦੇ ਵਿੱਚ ਉਹ ਥੋੜੇ ਲੰਮੇ ਸਮੇਂ ਤੱਕ ਸੁਣਾਈ ਦਿੰਦੀ ਹੈ, ਇਸੇ ਤਰੀਕੇ ਨਾਲ ਕਹਿੰਦੇ ਨੇ ਕਿ ਜਿਹੜੀਆਂ ਰਚਨਾਵਾਂ ਨੇ ਉਹਨਾਂ ਨੂੰ ਪੜ੍ਹਨ ਉਪਰੰਤ ਉਹਨਾਂ ਦਾ ਅਸਰ ਵੀ ਸਾਡੇ ਉੱਤੇ ਲੰਮੇ ਸਮੇਂ ਤੱਕ ਰਹਿੰਦਾ, ਉਹਦੀ ਗੂੰਜ ਜਿਹੜੀ ਕਾਇਮ ਰਹਿੰਦੀ ਹੈ। ਉਹ ਜਿਹੜੀ ਗੂੰਜ ਹੈ ਜਾਂ ਜਿਹੜੀ ਧੁਨੀ ਹੈ ਉਹਦੇ ਗਹਿਰੇ ਅਰਥਾਂ ਤੱਕ ਸਾਨੂੰ ਡੂੰਘਾਈ ਵੱਲ ਲੈ ਕੇ ਜਾਂਦੀ ਹੈ। ਤਾਂ ਉਹਨਾਂ ਅਰਥਾਂ ਦੇ ਆਧਾਰ ਤੇ ਵੰਡ ਹੈ ਕਿ ਅਸੀਂ ਕਿਸੇ ਵੀ ਕਾਵ ਦੇ ਅਰਥ ਕਿਵੇਂ ਲੈਂਦੇ ਹਾਂ। ਜੇਕਰ ਉਹ ਰਚਨਾ ਗਹਿਰੇ ਅਰਥ ਦਿੰਦੀ ਹੈ ਤਾਂ ਉਹ ਕਿਹੜੀ ਕੈਟੇਗਰੀ 'ਚ ਹੈ, ਜੇ ਸਤਹੀ ਅਰਥ ਤਾਂ ਕਿਹੜੀ ਕੈਟੇਗਰੀ 'ਚ। ਤਾਂ ਇਸੇ ਆਧਾਰ ਤੇ ਉਹਨਾਂ ਨੇ ਅੱਗੇ ਮੰਮਟ ਨੇ ਵੀ ਉੱਤਮ, ਮੱਧਮ ਤੇ ਅਵਰ ਯਾਨੀ ਕਿ ਅੱਧਮ ਹੁੰਦਾ ਕਿ ਮੱਧਮ ਤੋਂ ਵੀ ਨੀਵੇਂ ਪੱਧਰ ਦਾ, ਫਿਰ 3 ਕਿਸਮ ਦਾ ਜਿਹੜਾ ਹੈ ਉਹ ਕਾਵ ਉਹਨਾਂ ਨੇ ਵੰਡ ਲਿਆ, ਜਿਹੜਾ ਕਿ ਉਹ ਕਹਿੰਦੇ ਵਿਅੰਜਨਾ ਸ਼ਬਦ ਸ਼ਕਤੀ ਦੇ ਆਧਾਰ ਤੇ ਹੋਇਆ। ਇਹਦਾ ਮਤਲਬ ਵਿਅੰਜਨਾ ਜਿੰਨੇ ਉਹਦੇ ਗਹਿਰੇ ਅਰਥੋਂ ਰਚਨਾ ਸੁਝਾਏਗੀ, ਪਾਠਕਾਂ ਤੱਕ ਪਹੁੰਚਾਏਗੀ, ਉਨੀ ਉਹਦੀ ਵਿਅੰਜਨਾ ਸਟਰੋਂਗ ਹੋਏਗੀ। ਜਿੰਨੀ ਜ਼ਿਆਦਾ ਸਟਰੋਂਗ ਹੋਏਗੀ ਉਨੀ ਉਹ ਰਚਨਾ ਉੱਤਮ ਹੋਏਗੀ। ਜੇ ਉਹਦੀ ਵਿਅੰਜਨਾ ਠੀਕ ਹੈ ਤਾਂ ਉਹ ਮੱਧਮ ਕਿਸਮ ਦੀ ਰਚਨਾ ਹੋਏਗੀ। ਜੇਕਰ ਵਿਅੰਜਨਾ ਉਹਦੀ ਕਮੀ ਹੈ, ਨਹੀਂ ਉੱਥੇ ਤੱਕ ਪਹੁੰਚਾ ਪਾ ਰਹੀ, ਤਾਂ ਉਹ ਅੱਧਮ ਕਿਸਮ ਦੀ ਹੋਏਗੀ। ਇਹ 3 ਕੈਟੇਗਰੀਜ਼ ਕਰ ਦਿੱਤੀਆਂ ਮੰਮਟ ਨੇ। ਇਹੀ ਹੈ ਧੁਨੀ ਕਾਵ, ਗੁਣੀਪੂਤ ਕਾਵ। ਜਿਵੇਂ ਅਸੀਂ ਅਭਿਦਾ, ਲੱਖਣਾ, ਵਿਅੰਜਨਾ ਕਰਦੇ ਆ ਨਾ, ਤਾਂ ਉਵੇਂ ਹੀ ਵੰਡਾਂ ਜਿਹੜੀਆਂ ਨੇ ਉਹ ਇਹਦੀਆਂ ਹੋਈਆਂ ਨੇ। ਜਿਹਦੇ ਵਿੱਚ ਧੁਨੀ ਹੈ ਉਦਾਂ ਦੇ ਗੁਣ ਹੈਗੇ ਨੇ, ਪਲੱਸ ਮਿਕਸਡ ਹੈ। ਜਿਵੇਂ ਅਸੀਂ ਨੇ ਕਰਿਆ ਸੀ ਕਿ ਗਦ, ਪਦ ਔਰ ਚੰਪੂ, ਕਿ ਉਹਦੇ ਵਿੱਚ ਦੋਨੋਂ ਜਿਹੜੇ ਨੇ ਉਹਦੇ ਅਸਰ ਆਉਂਦਾ ਹੈ। ਤਾਂ ਮੰਮਟ ਜਿਹੜਾ ਹੈ ਵਿਅੰਗ ਰਹਿਤ ਕਾਵ ਨੂੰ ਸ਼ਬਦ ਚਿੱਤਰ ਅਤੇ ਅਰਥ ਚਿੱਤਰ 2 ਰੂਪਾਂ ਦੇ ਵਿੱਚ ਵੰਡ ਲੈਂਦਾ ਹੈ। ਉਸ ਨੂੰ ਅਦਮ ਜਾਂ ਅਵਰ ਕਹਿ ਦਿੰਦਾ ਹੈ ਕਿ ਉਹ ਉੱਤਮ ਨਹੀਂ ਹੈ, ਜਿਹੜਾ ਸ਼ਬਦ ਤੱਕ ਸੀਮਿਤ ਹੈ, ਸਿਰਫ ਅਰਥ ਤੱਕ, ਹੋਰ ਅਗਾਂਹ ਨਹੀਂ ਲੈ ਕੇ ਜਾਂਦਾ ਸਾਨੂੰ, ਤਾਂ ਉਹ ਉੱਤਮ ਕਿਸਮ ਦਾ ਕਾਵ ਨਹੀਂ ਹੈ। ਤਾਂ ਇਸ ਕਿਸਮ ਨਾਲ ਇਹਦੀਆਂ ਵੰਡਾਂ ਬੇਟੇ ਅਰਥ ਦੇ ਆਧਾਰ ਤੇ ਵੀ ਕੀਤੀਆਂ ਹੋਈਆਂ ਨੇ। ਹੁਣ ਅਰਥ ਕਿਵੇਂ ਹੁੰਦਾ ਹੈ, ਇਹ ਬਹੁਤ ਇੰਟਰਸਟਿੰਗ ਗੱਲ ਹੈ ਕਿ ਫਿਰ ਅਸੀਂ ਅਰਥ ਕਿਵੇਂ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਚ ਧੁਨੀ ਕ੍ਰੀਏਟ ਹੋ ਗਈ ਜਾਂ ਇਹ ਬਹੁਤ ਗਹਿਰੀ ਧੁਨੀ ਹੈ, ਬਹੁਤ ਗਹਿਰੇ ਅਰਥ ਦਿੰਦੇ ਨੇ। ਤਾਂ ਉਹਦੇ ਲਈ ਉਹ ਕਹਿੰਦੇ ਕਿ ਪਹਿਲਾਂ ਸਾਨੂੰ ਇਹ ਪਤਾ ਕਰਨਾ ਪਏਗਾ ਕਿ ਧੁਨੀ ਹੁੰਦੀ ਕੀ ਹੈ। ਇਹ ਬਿਲਕੁਲ ਸਪਸ਼ਟ ਹੈ ਕਿ ਧੁਨੀ ਸ਼ਬਦ ਦਾ ਪ੍ਰਯੋਗ ਪ੍ਰਮੁੱਖ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦੇ ਵਿਆਕਰਨਕਾਰਾਂ ਨੇ ਹੀ ਕੀਤਾ ਸੀ ਅਤੇ ਧੁਨੀਵਾਦੀ ਆਚਾਰਿਆਂ ਨੇ। ਧੁਨੀਵਾਦੀ ਆਚਾਰਿਆ ਕਿਵੇਂ ਹੋਣਗੇ? ਜਿਵੇਂ ਅਲੰਕਾਰਵਾਦੀ ਆਚਾਰਿਆ, ਧੁਨੀਵਾਦੀ ਆਚਾਰਿਆ ਕਹਿੰਦੇ ਆ, ਮਤਲਬ ਕਿ ਜਿਹੜੇ ਧੁਨੀ ਨੂੰ ਇੰਪੋਰਟੈਂਸ ਦਿੰਦੇ ਨੇ ਉਹ ਧੁਨੀਵਾਦੀ ਆਚਾਰਿਆ, ਜਿਹੜੇ ਅਲੰਕਾਰ ਨੂੰ ਇੰਪੋਰਟੈਂਸ ਦਿੰਦੇ ਨੇ ਅਲੰਕਾਰਵਾਦੀ ਆਚਾਰਿਆ, ਜਿਹੜੇ ਰਸ ਨੂੰ ਇੰਪੋਰਟੈਂਸ ਦਿੰਦੇ ਨੇ ਉਹ ਰਸਵਾਦੀ ਆਚਾਰਿਆ। ਇਸ ਤਰ੍ਹਾਂ ਨੇ ਕਿ ਇਹਨਾਂ ਦੇ ਸਕੂਲ ਦਾ ਜਿਵੇਂ ਨਾਮ ਹੈ, ਇੱਕ ਥਿਉਰੀ ਹੈ ਜਿਹੜੀ ਜਿਸ ਨੂੰ ਇਹ ਫੋਲੋ ਕਰਦੇ ਨੇ। ਧੁਨੀ ਨੂੰ ਫੋਲੋ ਕਰਨ ਵਾਲੇ ਜਾਂ ਧੁਨੀ ਦੀ ਇੰਪੋਰਟੈਂਸ ਨੂੰ ਸਥਾਪਿਤ ਕਰਨ ਵਾਲੇ ਧੁਨੀਵਾਦੀ ਆਚਾਰਿਆ। ਤਾਂ ਧੁਨੀਵਾਦੀ ਆਚਾਰਿਆ ਨੇ ਇਸ ਪਦ ਨੂੰ ਜਿਹੜਾ ਹੈ ਉਹ ਕਾਵ ਦੇ ਵਿੱਚ ਲੈ ਆਂਦਾ। ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਧੁਨੀ, ਕਿਉਂਕਿ ਅਸੀਂ ਧੁਨੀ ਵਿਉਂਤ ਪੜ੍ਹਦੇ ਹਾਂ ਗ੍ਰਾਮਰ ਦੇ ਵਿੱਚ, ਆਪਾਂ ਉਹਦੇ ਵਿੱਚ ਲਾਜ਼ਮੀ ਦੇ ਵਿੱਚ ਪੜ੍ਹੀਏ ਧੁਨੀ ਵਿਉਂਤ ਕਿ ਕਿਵੇਂ ਅੱਖਰ ਕ੍ਰੀਏਟ ਹੁੰਦੇ ਨੇ। ਹਰੇਕ ਅੱਖਰ ਜਿਵੇਂ ਕ, ਖ ਆਪਣੇ ਆਪ ਦੇ ਵਿੱਚ ਇੱਕ ਧੁਨੀ ਹੈ, ਠੀਕ ਹੈ। ਉਹ ਧੁਨੀ ਦਾ ਕਨਸੈਪਟ ਸੰਸਕ੍ਰਿਤ ਭਾਸ਼ਾ ਦਾ ਕਨਸੈਪਟ ਹੈ, ਪਰ ਇਸ ਨੂੰ ਜਿਹੜਾ ਹੈ ਕਾਵ ਦੇ ਅਰਥਾਂ ਦੇ ਵਿੱਚ ਲਿਆ ਗਿਆ ਕਿ ਕਾਵ ਵੀ ਧੁਨੀ ਕ੍ਰੀਏਟ ਕਰਦਾ ਹੈ, ਕਾਵ ਦੇ ਵੀ ਕੋਈ ਅਰਥ ਨੇ, ਅਸੀਂ ਉਹ ਧੁਨੀ ਕਿਵੇਂ ਉਹਦੇ ਚੋਂ ਗ੍ਰਹਿਣ ਕਰਦੇ ਹਾਂ ਉਸ ਆਧਾਰ ਤੇ ਉਹਨਾਂ ਨੇ ਅੱਗੇ ਕਾਵਿ ਦੀਆਂ ਜਿਹੜੀਆਂ ਵਰਗ ਵੰਡਾਂ ਕਰ ਲਈਆਂ ਨੇ। ਇਸ ਪਦ ਨੂੰ ਗ੍ਰਹਿਣ ਕਰਨ ਦਾ ਇਹ ਕਾਰਨ ਸੀ ਕਿ ਵਿਆਕਰਣ ਸ਼ਾਸਤਰ ਵਿੱਚ ਪ੍ਰਧਾਨਭੂਤ ਸਫੋਟ ਦੀ ਅਭਿਵਿਅਕਤੀ ਸਿਰਫ ਸ਼ਬਦ ਨਾਲ ਹੀ ਹੁੰਦੀ ਹੈ। ਹੁਣ ਜਿਹੜਾ ਸਫੋਟ ਹੈ ਇਹ ਕੀ ਹੈ, ਬਸ ਇਸ ਨੂੰ ਅਸੀਂ ਸਮਝਣਾ ਹੈ। ਇਹ ਇਸ ਕਿਸਮ ਦਾ ਕੋਈ ਸ਼ਬਦ ਹੈ ਜਿਵੇਂ ਕੁਝ ਫੁੱਟ ਪੈਂਦਾ ਹੈ, ਜਿਵੇਂ ਕੋਈ ਚਸ਼ਮਾ ਫੁੱਟ ਪਵੇ, ਹੈ ਨਾ। ਇਸ ਕਿਸਮ ਦੀ ਇਹਦੀ ਜਿਹੜੀ ਹੈ ਉਹ ਅਰਥਾਂ ਤੱਕ ਅਸੀਂ ਜਾਣਦੇ ਹਾਂ। ਇਹ ਧੁਨੀ ਇਸ ਸਫੋਟ ਨੂੰ ਅਭਿਵਿਅਕਤ ਕਰਦੀ ਹੈ ਅਤੇ ਸਫੋਟ ਰੂਪ ਸ਼ਬਦ ਦੀ ਆਤਮਾ ਯਾਨੀ ਕਿ ਅਰਥ ਨੂੰ ਪ੍ਰਗਟ ਕਰਦਾ ਹੈ। ਸਫੋਟ ਦਾ ਮਤਲਬ ਇਹ ਹੈ ਕਿ ਉਹ ਜਿਹੜਾ ਉਹਦੇ ਵਿੱਚੋਂ ਫੁੱਟ ਪਿਆ ਹੈ,
ਜੇਕਰ ਉਹਦੇ ਤੇ ਸੱਟ ਚੰਗੀ ਤਰ੍ਹਾਂ ਵੱਜ ਗਈ ਹੈ, ਆਪਾਂ ਕਹਿੰਦੇ ਸ਼ਬਦ ਸਟੀਕ ਵਰਤ ਲਏ ਨੇ, ਤਾਂ ਉਹਦੇ ਅਰਥ ਉਹਦੇ ਅੰਦਰੋਂ ਇਦਾਂ ਫੁੱਟਦੇ ਨੇ, ਤਾਂ ਉਹ ਫੁੱਟਣ ਦੀ ਪ੍ਰਕਿਰਿਆ ਹੀ ਜਿਹੜੀ ਹੈ ਉਹ ਸਫੋਟ ਦੇ ਨਾਲ ਜੋੜ ਕੇ ਸਮਝੀ ਜਾ ਸਕਦੀ ਹੈ। ਹੁਣ ਜਦੋਂ ਅਸੀਂ ਕਾਵ ਦੇ ਨਾਲ ਜੋੜਦੇ ਹਾਂ, ਫਿਰ ਕਾਵ ਦੇ ਵਿੱਚ ਸਫੋਟ ਕੀ ਹੁੰਦਾ ਹੈ? ਕਾਵ ਦੇ ਵਿੱਚ ਸਫੋਟ ਦਾ ਮਤਲਬ ਹੈ ਕਿ ਉਹਦੇ ਕਾਵ ਦੀ ਆਤਮਾ ਜਾਗ ਪੈਂਦੀ ਹੈ, ਅੰਦਰੋਂ ਅਰਥ ਜਿਹੜੇ ਨੇ ਉਹ ਝਰਨੇ ਵਾਂਗੂ ਝਰਨ ਲੱਗਦੇ ਨੇ, ਫੁੱਟ ਪੈਂਦੇ ਨੇ, ਜਿਵੇਂ ਇੱਕ ਅਨਾਰ ਫੁੱਟਦਾ ਹੈ। ਤਾਂ ਉਸ ਨੂੰ ਸਫੋਟ ਦੀ ਜਿਹੜੀ ਹੈ ਉਹ ਪਰਿਭਾਸ਼ਾ ਦਿੱਤੀ ਗਈ ਹੈ। ਤਾਂ ਇਸ ਲਈ ਜਿਹੜਾ ਕਾਵ ਦਾ ਸਫੋਟ ਹੈ ਉਹ ਵਿਅੰਗਾਰਥ ਯਾਨੀ ਕਿ ਵਿਅੰਜਨਾ ਸ਼ਕਤੀ ਨਾਲ ਹੀ ਕ੍ਰੀਏਟ ਕੀਤਾ ਜਾ ਸਕਦਾ ਹੈ। ਤੇ ਇਹਦੇ ਲਈ ਉਹ ਧੁਨੀਵਾਦੀ ਧੁਨੀ ਨੂੰ ਜਿਹੜਾ ਹੈ ਪ੍ਰਯੋਗ ਕਰਦੇ ਨੇ ਕਿ ਧੁਨੀ ਦੇ ਆਧਾਰ ਤੇ, ਯਾਨੀ ਕਿ ਜਿੰਨਾ ਸਟਰੋਂਗ ਸਫੋਟ ਹੋਏਗਾ, ਜਿੰਨਾ ਸਟਰੋਂਗ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਅਰਥ ਰਚਨਾ ਦੇ ਸਾਡੇ ਤੱਕ ਪਹੁੰਚਣਗੇ, ਇਹਦਾ ਮਤਲਬ ਉਸ ਰਚਨਾ ਦੀ ਆਤਮਾ ਤੱਕ ਅਸੀਂ ਪਹੁੰਚ ਗਏ, ਉਹਦੇ ਵਿੱਚ ਗਹਿਰਾਈ ਤੱਕ ਅਸੀਂ ਪਹੁੰਚ ਗਏ। ਤੇ ਉਸੇ ਤੋਂ ਹੀ ਅੱਗੇ ਰਸਵਾਦੀ ਕਹਿੰਦੇ ਨੇ ਕਿ ਫਿਰ ਸਾਨੂੰ ਰਸ ਆਉਣ ਲੱਗ ਜਾਂਦਾ ਹੈ, ਸਾਨੂੰ ਆਨੰਦ ਆਉਣ ਲੱਗ ਜਾਂਦਾ ਹੈ। ਜਦ ਤੱਕ ਰਚਨਾ ਦੇ ਅਰਥਾਂ ਦੀ ਗਹਿਰਾਈ ਸਫੋਟੀਕਰਨ ਤੱਕ ਅਸੀਂ ਨਹੀਂ ਪਹੁੰਚਦੇ, ਉਦੋਂ ਤੱਕ ਉਹਦੀ ਧੁਨੀ ਸਾਨੂੰ ਸੁਣਦੀ ਨਹੀਂ ਹੈ। ਏਦਾਂ ਲੱਗਦਾ ਕਿ ਕੁਝ ਨਹੀਂ ਕਹਿ ਰਹੀ ਰਚਨਾ, ਪਰ ਜਦੋਂ ਉਹਦੀ ਧੁਨੀ ਸੁਣਦੀ ਹੈ, ਉਹਦਾ ਭਾਵ ਇਹੀ ਹੈ ਕਿ ਉਹਦੇ ਅਰਥਾਂ ਤੱਕ ਅਸੀਂ ਚਲੇ ਗਏ ਹਾਂ, ਜਿੱਥੇ ਰਚਨਾ ਦੇ ਵਿੱਚ ਉਹਦੇ ਅਰਥਾਂ ਦਾ ਸਫੋਟ ਕ੍ਰੀਏਟ ਹੋ ਰਿਹਾ ਹੈ, ਉਸ ਸਫੋਟ ਤੱਕ ਸਾਡੀ ਜਿਹੜੀ ਪਹੁੰਚ ਹੈ ਉਹ ਬਣ ਗਈ ਹੈ। ਹੁਣ ਆ ਦੇਖੋ, ਕਹਿੰਦੇ ਕਿ ਜਿਸ ਨਾਲ ਅਰਥ ਦੀ ਪ੍ਰਤੀਤੀ ਹੋਵੇ ਉਸ ਨੂੰ ਸਫੋਟ ਕਹਿੰਦੇ ਹਨ। ਜਦੋਂ ਇਹ ਅਰਥ ਸਾਨੂੰ ਪਤਾ ਲੱਗ ਜਾਣ ਕਿ ਕਹਿਣਾ ਕੀ ਚਾਹੁੰਦਾ ਹੈ, ਇਸ ਸਫੋਟ ਨੂੰ ਉਹਨਾਂ ਨੇ ਵਰਨ ਸਫੋਟ, ਪਦ ਸਫੋਟ ਤੇ ਵਾਕ, ਮਤਲਬ ਕਿ ਵਰਨ ਕੀ ਹੁੰਦੇ ਨੇ? ਅੱਖਰਾਂ ਦੀ ਵਰਤੋਂ ਵੀ, ਜਿਵੇਂ ਅਸੀਂ ਛੰਦ ਵਿਧਾਨ ਕਰਦੇ ਹਾਂ ਵੀ ਉਹਦੇ ਵਿੱਚ ਕ ਵਰਤਣਾ ਹੈ, ਖ ਵਰਤਣਾ ਹੈ, ਜ਼ ਵਰਤਿਆ ਜਾਵੇ। ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਵਾਰ ਕਾਵ ਹੈ ਉਹਦੇ ਵਿੱਚ ਬੜੀਆਂ ਭਾਰੀ ਭਰਕਮ ਧੁਨੀਆਂ ਜਿਹੜੀਆਂ ਨੇ ਵਰਤੀਆਂ ਜਾਂਦੀਆਂ ਨੇ ਤਾਂ ਕਿ ਵਰਨ ਸਫੋਟ ਕ੍ਰੀਏਟ ਕੀਤਾ ਜਾ ਸਕੇ, ਵਰਨਾਂ ਦੇ ਪੱਧਰ ਤੇ। ਫਿਰ ਪਦਾਂ ਦੇ ਪੱਧਰ ਤੇ ਸ਼ਬਦ ਕਿਵੇਂ ਕ੍ਰੀਏਟ ਕੀਤੇ ਜਾ ਰਹੇ ਨੇ, ਸ਼ਬਦ ਇੰਨੇ ਪ੍ਰਭਾਵਸ਼ਾਲੀ ਹੋਣ ਕਿ ਆਪਾਂ ਕਹਿ ਸਫੋਟ ਕ੍ਰੀਏਟ ਕਰ ਸਕਣ। ਸੈਂਟੈਂਸ ਮੇਕਿੰਗ, ਲੰਬੇ ਵਰਤੇ ਜਾਣ, ਛੋਟੇ ਵਰਤੇ ਜਾਣ, ਕਿਵੇਂ ਵਰਤੇ ਜਾਣ, ਕਿੰਨੇ ਇੱਕ ਵਾਕ ਦੇ ਵਿੱਚ ਕਿੰਨੇ ਸ਼ਬਦ ਵਰਤੇ ਜਾਣ, ਉਹਦੀ ਪਦ ਰਚਨਾ ਕੀ ਹੋਵੇ ਜਿਹਦੇ ਨਾਲ ਸਫੋਟ ਕ੍ਰੀਏਟ ਹੋਵੇ। ਤਾਂ ਇਹੀ ਹੈ ਕਿ ਕਾਵ ਐਕਚੁਅਲੀ ਹੈਗੀ ਹੈ ਸ਼ਬਦਾਂ ਦੀ ਖੇਡ, ਧੁਨੀਆਂ ਦੀ ਖੇਡ। ਜਿੰਨੀ ਧੁਨੀਆਂ ਦੀ ਫਾਰਮੇਸ਼ਨ ਜਾਂ ਧੁਨੀਆਂ ਦੀ ਬਣਤਰ, ਉਹਦਾ ਦਾ ਡਿਜ਼ਾਈਨ ਜਿੰਨਾ ਸਟਰੋਂਗ ਬਣ ਸਕੇਗਾ, ਉਨਾ ਉਹਦਾ ਸਫੋਟ ਸਟਰੋਂਗ ਹੋਏਗਾ, ਭਾਵ ਉਹਦੇ ਅਰਥ ਜਿਹੜੇ ਨੇ ਸਟਰੋਂਗਲੀ ਸਾਡੇ ਤੱਕ ਪਹੁੰਚਣਗੇ। ਸੋ ਇਹ ਸਫੋਟ ਦੇ ਆਧਾਰ ਤੇ, ਯਾਨੀ ਕਿ ਕਾਵ ਦੇ ਅਰਥਾਂ ਦੇ ਆਧਾਰ ਤੇ ਇਹ ਵੰਡ ਜਿਹੜੀ ਹੈ ਉਹ ਕਾਵ ਦੀ ਕੀਤੀ ਗਈ ਹੈ ਕਿ ਕਾਵ ਕਿੰਨੇ ਪ੍ਰਕਾਰ ਦਾ ਹੋ ਸਕਦਾ ਹੈ। ਤਾਂ ਸਫੋਟ ਨੂੰ ਜਿਹੜਾ ਹੈ ਉਹ ਪੜ੍ਹਨਾ ਆਪਣੇ ਆਪ ਦੇ ਵਿੱਚ ਹੀ ਇੱਕ ਨਵੀਂ ਚੀਜ਼ ਨੂੰ ਜਾਣਨਾ, ਨਵੀਂ ਇੱਕ ਇੰਟਰਸਟਿੰਗ ਚੀਜ਼ ਨੂੰ ਜਿਹੜਾ ਹੈ ਉਹ ਜਾਣਨਾ ਹੈ। ਹੁਣ ਸਫੋਟ ਜਿਹੜਾ ਹੈ, ਕਹਿੰਦੇ ਪਹਿਲਾਂ ਕਹੇ ਗਏ ਵਰਨਾਂ ਦੇ ਅਨੁਭਵ ਨਾਲ ਇੱਕ ਤਰ੍ਹਾਂ ਦਾ ਸੰਸਕਾਰ ਉਤਪੰਨ ਹੁੰਦਾ ਹੈ। ਉਸੇ ਸੰਸਕਾਰ ਨਾਲ ਅੰਤਲੇ ਵਰਨ ਦੇ ਸੁਣਨ ਨਾਲ ਉਹਲੇ ਛਿਪੇ ਹੋਏ ਵਰਨਾਂ ਨੂੰ ਵੀ ਗ੍ਰਹਿਣ ਕਰਨ ਵਾਲੀ ਇੱਕ ਮਾਨਸਿਕ ਪਦ ਦੀ ਪ੍ਰਤੀਤੀ ਉਤਪੰਨ ਹੋ ਜਾਂਦੀ ਹੈ, ਜਿਸ ਨੂੰ ਪਦ ਸਫੋਟ ਕਿਹਾ ਜਾਂਦਾ ਹੈ। ਹੁਣ ਮੰਨ ਲਓ ਕਿ ਅਸੀਂ ਕੋਈ ਗੱਲ ਕਰ ਰਹੇ ਹਾਂ, ਅਸੀਂ ਉਹਦੇ ਕਹਿਣ ਤੋਂ ਪਹਿਲਾਂ ਹੀ ਸ਼ਬਦ ਫੜ ਲਏ ਕਿ ਹੁਣ ਇਹ ਗੱਲ ਹੋਏਗੀ। ਕਿਉਂਕਿ ਅਸੀਂ ਉਹਦੀ ਗੱਲ ਦੇ ਵਿੱਚ, ਉਸ ਗੱਲ ਦੇ ਵਿੱਚ ਇੰਨਾ ਖੁੱਭ ਗਏ ਹਾਂ, ਸਾਨੂੰ ਪਤਾ ਹੈ ਕਿ ਅੱਗੇ ਕਿਹੜੀ ਗੱਲ ਵਾਪਰ ਸਕਦੀ ਹੈ। ਤਾਂ ਰਚਨਾ ਦੇ ਵਿੱਚ ਜਿਹੜੀ ਕਿਉਰਿਓਸਿਟੀ ਹੈ, ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਇੰਟਰਸਟ ਹੈ, ਜਿਹੜਾ ਉਹਦਾ ਚਮਤਕਾਰ ਹੈ, ਉਹ ਸਫੋਟ ਦਾ ਹੀ ਹੈ ਕਿ ਪਹਿਲਾਂ ਕਹੇ ਗਏ, ਜਿਹੜੇ ਪਹਿਲਾਂ ਵਰਤੇ ਗਏ ਵਰਨ ਨੇ, ਉਹ ਇਦਾਂ ਦਾ ਕਹਿ ਲਓ ਕਿ ਇੰਟਰਸਟ ਕ੍ਰੀਏਟ ਕਰ ਦਿੰਦੇ ਨੇ ਕਿ ਅਗਲੇ ਜਿਹੜੇ ਵਰਨ ਆਉਣ ਵਾਲੇ ਨੇ ਉਹਨਾਂ ਦਾ ਸਵਾਦ ਪਹਿਲਾਂ ਹੀ ਸਾਨੂੰ ਆਉਣ ਵਾਲਾ ਹੋ ਜਾਂਦਾ ਹੈ। ਮਤਲਬ ਕਿ ਸਾਡੀ ਕਿਉਰਿਓਸਿਟੀ ਵੱਧ ਜਾਂਦੀ ਹੈ ਕਿ ਹੁਣ ਇਹ ਚੀਜ਼ ਵਾਪਰੇਗੀ। ਅਸੀਂ ਕਹਾਣੀ ਦੇ ਵਿੱਚ ਵੀ ਦੇਖ ਸਕਦੇ ਹਾਂ, ਜਾਂ ਤੁਸੀਂ ਫਿਲਮ ਦੇਖਦੇ ਹੋ ਕੋਈ, ਜਿਹਨੂੰ ਅਸੀਂ ਦ੍ਰਿਸ਼ ਕਾਵਿ ਦੀ ਕੈਟਾਗਰੀ 'ਚ ਰੱਖ ਰਹੇ ਹਾਂ, ਠੀਕ ਹੈ, ਕੋਈ ਨਾਟਕ ਦੇਖ ਰਹੇ ਹੋ, ਉਹ ਜੋ ਕੁਝ ਵਾਪਰ ਰਿਹਾ ਹੈ, ਠੀਕ ਹੈ, ਉਸ ਵਾਪਰਦੇ ਨੂੰ ਅਸੀਂ ਇੰਨੀ ਗਹਿਰਾਈ ਨਾਲ ਵਾਚ ਰਹੇ ਹੁੰਦੇ ਆ ਕਿ ਆਉਣ ਵਾਲੀ ਘਟਨਾ ਦੇ ਪ੍ਰਤੀ ਸਾਡੀ ਜਿਹੜੀ ਹੈ ਇੱਕ ਇੰਟਰਸਟ, ਜਾਂ ਸਾਡਾ ਜਿਹੜਾ ਅੰਦਰੋਂ ਆਪਾਂ ਕਹਿ ਸਕਦੇ ਹਾਂ ਕਿ ਪ੍ਰਤੀਤ ਕਰਨ ਦੀ ਜਿਹੜੀ ਸ਼ਮਤਾ ਹੈ ਉਹ ਪਹਿਲਾਂ ਹੀ ਪੈਦਾ ਹੋ ਜਾਂਦੀ ਹੈ। ਇੱਕ ਸਿਕਸ ਸੈਂਸ, ਜਿਹੜੀ 6ਵੀਂ ਇੰਦਰੀ ਆਪਾਂ ਕਹਿ ਸਕਦੇ ਹਾਂ, ਜਾਗ ਪੈਂਦੀ ਹੈ। ਔਰ ਇਹ ਧੁਨੀ ਦੇ ਬਿਨਾ ਜਾਂ ਉਸ ਸਪੋਰਟ ਦੇ ਬਿਨਾ ਪੋਸੀਬਲ ਨਹੀਂ ਹੈ, ਜਦੋਂ ਤੱਕ ਅਰਥਾਂ ਤੱਕ ਅਸੀਂ ਗਹਿਰੇ ਤੱਕ ਨਹੀਂ ਪਹੁੰਚਦੇ। ਮਤਲਬ ਅਰਥਾਂ ਕੀ ਰਚਨਾ ਦੇ ਨਾਲ ਅਸੀਂ ਅੱਛੇ ਤਰੀਕੇ ਨਾਲ ਨਹੀਂ ਜੁੜ ਜਾਂਦੇ। ਇਸ ਆਧਾਰ ਤੇ ਵੰਡ ਹੈ, ਪਹਿਲੀ ਵੰਡ ਕਰੀ ਹੋਈ ਹੈ ਅੱਗੇ ਕਿ ਧੁਨੀ ਕਾਵ
ਅਸੀਂ ਨੇ ਧੁਨੀ ਕਾਵ ਕਰਨਾ ਹੈ। ਵੇਟ ਅ ਮਿੰਟ, हाँ ਧੁਨੀ ਕਾਵ, ਗੁਣੀ ਭੂਤ ਤੇ ਚਿੱਤਰ ਕਾਵ, ਇਹ ਜਿਹੜਾ ਹੈ ਅਸੀਂ ਨੇ ਉਹ ਵਨ ਡੇ ਦੀ ਕਰ ਲੈਣੀ ਹੈ। ਇਹਨਾਂ ਨੂੰ ਸਿਰਫ ਅਸੀਂ ਡਿਫਾਈਨ ਕਰਾਂਗੇ, ਜ਼ਿਆਦਾ ਇਹਦੀ ਡਿਟੇਲ ਦੇ ਵਿੱਚ ਅਸੀਂ ਨਹੀਂ ਜਾਵਾਂਗੇ ਕਿ ਧੁਨੀ ਦੇ ਆਧਾਰ ਤੇ, ਸਫੋਟ ਦੇ ਆਧਾਰ ਤੇ, ਅਰਥਾਂ ਦੇ ਆਧਾਰ ਤੇ ਜਿਹੜਾ ਇਸ ਕਿਸਮ ਨਾਲ ਇਹਦੀ ਵੰਡ ਕੀਤੀ ਗਈ ਹੈ, ਇਸ ਨੂੰ ਅਸੀਂ ਊੜਾ ਕਰ ਲਵਾਂਗੇ। ਧੁਨੀ ਕਾਵ ਪਹਿਲਾ ਵੰਡ ਹੈ, ਦੂਜੀ ਗੁਣੀ ਭੂਤ ਹੈ। ਆਚਾਰਿਆ ਮੰਮਟ ਕਹਿੰਦੇ ਕਿ ਜਿੱਥੇ ਵਾਚੇ ਅਰਥ ਦੀ ਬਜਾਏ ਵਿਅੰਗ ਅਰਥ ਦੀ ਪ੍ਰਧਾਨਤਾ ਹੋ ਜਾਵੇ, ਅਰਥਾਤ ਵਿਅੰਗ ਅਰਥ ਵਧੇਰੇ ਚਮਤਕਾਰੀ ਹੋਵੇ, ਉਹ ਕਾਵ ਧੁਨੀ ਕਾਵ ਅਖਵਾਉਂਦਾ ਹੈ। ਜਿੱਥੇ ਵਿਅੰਗ ਅਰਥ ਦੀ ਪ੍ਰਧਾਨਤਾ ਆ ਜਾਵੇ। ਵਾਚੇ ਅਰਥ ਤੇ ਵਿਅੰਗ ਅਰਥ ਦੇ ਵਿੱਚ ਕੀ ਫਰਕ ਹੈ? ਵਾਚੇ ਅਰਥ ਜਿਹੜਾ ਸਿੰਪਲੀ ਸ਼ਬਦਾਂ ਤੋਂ ਸਾਨੂੰ ਆਮ ਜਾਣਕਾਰੀ ਮਿਲਦੀ ਹੈ, ਪਰ ਵਿਅੰਗ ਅਰਥ ਕੀ ਜਦੋਂ ਅਸੀਂ ਗਹਿਰੇ ਅਰਥਾਂ ਤੱਕ ਚਲੇ ਜਾਂਦੇ ਹਾਂ। ਇਸ ਨੂੰ ਉੱਤਮ ਕਾਵ ਵੀ ਕਿਹਾ ਜਾਂਦਾ ਹੈ। ਧੁਨੀ ਕਾਵ ਉੱਤਮ ਕਾਵ ਹੁੰਦਾ ਹੈ। ਹੁਣ ਗੁਣੀਭੂਤ ਕਾਵ ਕੀ ਹੈ? ਇਸ ਦਾ ਲੱਛਣ ਕਰਦੇ ਹੋਏ ਵਾਚੇ ਅਰਥ ਦੀ ਬਜਾਏ ਵਿਅੰਗ ਅਰਥ ਦੀ ਪ੍ਰਧਾਨਤਾ, ਵਿਸ਼ੇਸ਼ ਚਮਤਕਾਰੀ ਨਾ ਹੋਵੇ, ਉਸ ਨੂੰ ਗੁਣੀਭੂਤ ਯਾਨੀ ਕਿ ਉਹ ਥੋੜਾ ਜਿਹਾ ਡਾਊਨ ਚਲਾ ਗਿਆ, ਉਹ ਮੱਧਮ ਕਾਵ ਹੋ ਗਿਆ। ਹੁਣ ਇਸੇ ਨੂੰ ਲੈਣਾ ਵਾਰ-ਵਾਰ। ਵਿਅੰਗ ਅਰਥ ਜਿੱਥੇ ਧੁਨੀ ਸਟਰੋਂਗ ਹੋਏਗੀ, ਵਿਅੰਗ ਅਰਥ ਸਟਰੋਂਗ ਹੋਏਗਾ, ਉਨਾ ਹੀ ਉੱਤਮ ਕਿਸਮ ਦਾ ਉਹ ਸਾਹਿਤ ਹੋਏਗਾ। ਇਹ ਮੱਧਮ ਹੋ ਗਿਆ। ਤੇ ਤੀਸਰੀ ਕਿਸਮ ਦਾ ਜਿਹੜਾ ਸਾਹਿਤ ਹੈ ਉਹ ਹੈ ਚਿੱਤਰ ਕਾਵ। ਉਹ ਮੱਧਮ ਤੋਂ ਵੀ ਹੋਰ ਨੀਚੇ ਚਲਾ ਗਿਆ, ਉਹ ਅਦਮ ਦੀ ਕੈਟਾਗਰੀ ਦੇ ਵਿੱਚ ਚਲਾ ਗਿਆ, ਜਿੱਥੇ ਵਿਅੰਗਾਰਥ ਬੜਾ ਹੀ ਕਮਜ਼ੋਰ ਹੋਵੇ, ਜਿੱਥੇ ਉਹਦਾ ਅਭਾਵ ਹੋਵੇ। ਅਭਾਵ ਮਤਲਬ ਕਿ ਉਹਦੀ ਮੌਜੂਦਗੀ ਨਾ ਮਾਤਰ ਹੋਵੇ, ਉਸ ਨੂੰ ਅਦਮ ਕਾਵ ਕਿਹਾ ਜਾਏਗਾ। ਪਹਿਲਾ ਜਿਹਦੇ ਚ ਬਹੁਤ ਸਟਰੋਂਗ ਹੈ ਜਿਹੜਾ ਵਿਅੰਗ ਅਰਥ ਹੈ, ਉਹ ਉੱਤਮ ਕਾਵ ਹੈ, ਉਹ ਸਾਡਾ ਧੁਨੀ ਕਾਵ ਹੈ। ਜਿੱਥੇ ਠੀਕ ਹੈ, ਠੀਕ ਹੈ, ਜ਼ਿਆਦਾ ਨਹੀਂ ਹੈ, ਉਹ ਗੁਣੀਭੂਤ ਵਿਅੰਗ ਕਾਵ ਹੈ। ਜਿੱਥੇ ਡਾਊਨ ਹੈ, ਕਾਫੀ ਮੀਡੀਅਮ ਤੋਂ ਵੀ ਡਾਊਨ ਹੈ, ਉਹ ਚਿੱਤਰ ਕਾਵ ਹੈ। ਸਿਰਫ ਇੱਕ ਚਿੱਤਰ ਖਿੱਚਦਾ ਹੈ, ਉਹਦੇ ਅਰਥਾਂ ਤੱਕ ਨਹੀਂ, ਉਹਦੀ ਗਹਿਰਾਈ ਤੱਕ ਨਹੀਂ ਲੈ ਕੇ ਜਾਂਦਾ, ਉਹ ਸਿਰਫ ਸ਼ਬਦ ਚਿੱਤਰ ਤੱਕ ਜਿਹੜਾ ਸੀਮਿਤ ਹੋ ਜਾਂਦਾ ਹੈ। ਇੱਥੇ ਵੀ ਇਹੀ ਗੱਲ ਕਹੀ ਹੈ, ਇਹ ਸ਼ਬਦ ਚਿੱਤਰ, ਅਰਥ ਚਿੱਤਰ ਦੋ ਪ੍ਰਕਾਰ ਦਾ ਹੈ। ਇੱਥੇ ਚਿੱਤਰ ਦਾ ਭਾਵ ਹੈ ਗੁਣ ਅਤੇ ਅਲੰਕਾਰ ਤੋਂ ਯੁਕਤ ਅਤੇ ਸਪਸ਼ਟ ਰੂਪ ਨਾਲ ਵਿਅੰਗਾਰਥ ਤੋਂ ਰਹਿਤ। ਅਲੰਕਾਰ ਤਾਂ ਕਾਫੀ ਵਰਤੇ, ਪਰ ਉਹ ਅਲੰਕਾਰ ਵੀ ਜਿਹੜੇ ਨੇ ਵਿਅੰਗਾਰਥ ਕ੍ਰੀਏਟ ਨਹੀਂ ਕਰ ਪਾਏ, ਉਹ ਧੁਨੀ ਕ੍ਰੀਏਟ ਨਹੀਂ ਕਰ ਪਾਏ। ਇਸ ਲਈ ਇਹ ਅਦਮ ਯਾਨੀ ਕਿ ਨਿਮਨ ਕੋਟੀ ਦਾ ਹੋਏਗਾ, ਨੀਵੇਂ ਪੱਧਰ ਦਾ ਸਾਹਿਤ ਜਿਸ ਨੂੰ ਕਿਹਾ ਜਾਂਦਾ ਹੈ। ਇਹਨਾਂ ਨੂੰ ਅਸੀਂ ਜਿਹੜਾ ਹੈ ਡਿਫਾਈਨ ਹੀ ਕਰਨਾ ਹੈ ਬਸ। ਅੱਗੇ ਜਿਹੜਾ ਹੈ ਸਾਡਾ ਆਏਗਾ ਭਾਸ਼ਾ ਦੇ ਆਧਾਰ ਤੇ ਕਾਵ ਭੇਦ। ਭਾਸ਼ਾ ਦੇ ਆਧਾਰ ਤੇ ਜਿਹੜਾ ਭੇਦ ਹੈ ਇਹ ਕੀਤਾ ਗਿਆ ਸ਼ੁਰੂ ਦੇ ਵਿੱਚ, ਪਰ ਇਸ ਨੂੰ ਜਿਹੜਾ ਸਵੀਕਾਰਿਆ ਨਹੀਂ ਕੀਤਾ ਗਿਆ ਕਿ ਸਿਰਫ ਭਾਸ਼ਾ ਦੇ ਆਧਾਰ ਤੇ ਕਾਵ ਦੀਆਂ ਕਿਸਮਾਂ ਨਹੀਂ ਹੋ ਸਕਦੀਆਂ। ਭਾਸ਼ਾ ਤਾਂ ਕਾਵ ਦੀ ਜਾਂ ਸਾਹਿਤ ਦੀ ਮੂਲ ਲੋੜ ਹੈ, ਭਾਸ਼ਾ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਔਰ ਤੁਸੀਂ ਆਪਾਂ ਇਹ ਕਹੀਏ ਕਿ ਸੰਸਾਰ ਦੇ ਵਿੱਚ, ਭਾਰਤ ਦੇ ਵਿੱਚ ਕਿੰਨੀਆਂ ਅਲੱਗ-ਅਲੱਗ ਭਾਸ਼ਾਵਾਂ ਨੇ, ਤਾਂ ਅਸੀਂ ਕਿਸੇ ਭਾਸ਼ਾ ਨੂੰ ਨੀਵਾਂ ਜਾਂ ਉੱਚਾ ਨਹੀਂ ਕਹਿ ਸਕਦੇ, ਉਹਦੀ ਵਰਗ ਵੰਡ ਨਹੀਂ ਕਰ ਸਕਦੇ। ਇਸ ਲਈ ਇਹ ਜਿਹੜੀ ਹੈ, ਇਹ ਜਿਹੜੇ ਭੇਦ ਕੀਤੇ ਗਏ ਭਾਸ਼ਾ ਦੇ ਆਧਾਰ ਤੇ, ਇਹਨਾਂ ਨੂੰ ਕੋਈ ਬਹੁਤਾ ਸਵੀਕਾਰਿਆ ਨਹੀਂ ਗਿਆ। ਇਹਦੇ ਬਾਰੇ ਅਸੀਂ ਇਹ ਜਿਹੜਾ ਹੈ ਛੋਟਾ ਜਿਹਾ ਇੱਕ ਪੈਰਾ ਲਿਖ ਪਾਵਾਂਗੇ, ਪਰ ਵੰਡ ਜ਼ਰੂਰ ਕੀਤੀ ਗਈ, ਪਰ ਇਹਨੂੰ ਸਵੀਕਾਰਿਆ ਅੱਗੇ ਜਾ ਕੇ ਇਹ ਜਿਹੜੀ ਹੈ ਅਸਵੀਕਾਰ ਵਾਂਗ ਹੀ ਹੋ ਜਾਂਦੀ ਹੈ। ਹੁਣ ਇੱਥੇ ਦੇਖੋ ਦੰਡੀ ਨੇ ਭਾਸ਼ਾ ਦੇ ਆਧਾਰ ਤੇ ਕਰਿਆ ਸੀ ਕਿ ਜੀ ਸੰਸਕ੍ਰਿਤ ਕਾਵ ਹੈ, ਇਹ ਪ੍ਰਕਿਰਤ ਕਾਵ ਹੈ, ਇਹ ਅਪਭ੍ਰੰਸ਼ ਕਾਵ ਹੈ, ਇਹ ਮਿਸ਼ਰ ਹੈ। ਇਸ ਤਰ੍ਹਾਂ ਜਿਹੜਾ ਵੰਡਿਆ ਮਿਸ਼ਰ, ਜਿਹਦੇ ਵਿੱਚ ਮਿਲੀਆਂ ਜੁਲੀਆਂ ਭਾਸ਼ਾਵਾਂ ਦੇ ਜਿਹੜੇ ਨੇ ਸ਼ਬਦ ਵਰਤੇ ਜਾਣ, ਜਾਂ ਭਾਸ਼ਾ ਦਾ ਰੂਪ ਅਜਿਹਾ ਹੋਵੇ ਜਿਹਦੇ ਵਿੱਚ ਹੋਰ ਕਾਫੀ ਜਿਹੜੇ ਨੇ ਰੂਪ ਨੇ, ਉਹਨਾਂ ਦਾ ਮਿਕਸਚਰ ਹੋਵੇ। ਰੁਦਰਟ ਨੇ ਵੀ ਅੱਗੇ ਵੰਡ ਕੀਤੀ ਸੰਸਕ੍ਰਿਤ, ਪ੍ਰਕਿਰਤ, ਮਗਧ ਏਰੀਏ ਦਾ, ਠੀਕ ਹੈ, ਉੱਥੇ ਬੋਲੀ ਜਾਣ ਵਾਲੀ ਭਾਸ਼ਾ, ਪਿਸ਼ਾਚੀ, ਸ਼ੌਰਸੈਣੀ, ਅਪਭ੍ਰੰਸ਼, ਇਹ 6 ਵੰਡ ਕੀਤੀ। ਫਿਰ ਹੇਮਚੰਦਰ ਨੇ ਸੰਸਕ੍ਰਿਤ, ਪ੍ਰਕਿਰਤ, ਅਪਭ੍ਰੰਸ਼, ਗ੍ਰਾਮਿਆ, ਇਹ ਜਿਹੜੀ ਉਹਨੇ ਵੰਡ ਕੀਤੀ, ਜਿਹੜੇ ਕਿ ਭਾਰਤੀ ਕਾਵ ਸ਼ਾਸਤਰ ਵਿੱਚ ਆਪਣਾ ਸਥਾਨ ਨਹੀਂ ਬਣਾ ਸਕੇ, ਕਿਉਂਕਿ ਭਾਸ਼ਾ ਦੇ ਆਧਾਰ ਤੇ ਵੰਡ ਕਰਨੀ ਅੱਗੇ ਜਾ ਕੇ ਇਹ ਲੱਗਿਆ ਕਿ ਉਚਿਤ ਨਹੀਂ ਹੈ। ਇਹੀ ਹੋ ਗਿਆ। ਅਸਲ ਵਿੱਚ ਭਾਸ਼ਾ ਦੇ ਆਧਾਰ ਤੇ ਕਾਵ ਭੇਦਾਂ ਦੀ ਕਲਪਨਾ ਕਰਨੀ ਵੀ ਉਚਿਤ ਨਹੀਂ ਜਾਪਦੀ। ਦੂਜਾ, ਪ੍ਰਾਚੀਨ ਭਾਰਤੀ ਭਾਸ਼ਾਵਾਂ ਦੇ ਆਧਾਰ ਤੇ ਜੇਕਰ ਸੱਚੀ ਮੁੱਚੀ ਕਲਪਨਾ ਕਰ ਵੀ ਲਈਏ ਤਾਂ ਆਧੁਨਿਕ ਸਮੀਖਿਆਕਾਰ ਆਧੁਨਿਕ ਭਾਸ਼ਾਵਾਂ ਦੇ ਅਣਗਿਣਤ ਸਰੂਪਾਂ ਬਾਰੇ ਕੀ ਕਰੀਏ ਕੀ ਨਾ ਕਰੀਏ ਦੇ 605 ਨਾਲ ਜਕੜੇ ਜਾਣਗੇ। ਮਤਲਬ ਕਿ ਕਿਹੜੇ ਰਚਨਾ ਨੂੰ ਅਸੀਂ ਕਿਹੜੀ ਭਾਸ਼ਾ 'ਚ ਰੱਖੀਏ, ਕਿਉਂਕਿ ਭਾਸ਼ਾਵਾਂ ਵਿਕਾਸ ਕਰਦੀਆਂ ਨੇ, ਪਰ ਜਦੋਂ ਅਸੀਂ ਇਹਨਾਂ ਦੀ ਵਰਗ ਵੰਡ ਕਰਾਂਗੇ, ਕਿਉਂਕਿ ਭਾਸ਼ਾ ਨੇ ਤਾਂ ਰੂਪ ਬਦਲੀ ਜਾਣੇ ਨੇ, ਅੱਗੇ ਨਵੇਂ-ਨਵੇਂ ਸ਼ਬਦ, ਨਵੇਂ-ਨਵੇਂ ਆਪਾਂ ਕਹਿ ਸਕਦੇ ਹਾਂ ਕਿ ਅਰਥਾਂ ਦੀ ਪ੍ਰਤੀਤੀ ਉਹਦੇ ਵਿੱਚ ਹੁੰਦੀ ਰਹਿੰਦੀ ਹੈ, ਹਰੇਕ ਭਾਸ਼ਾ ਵਿਕਾਸ ਕਰਦੀ ਹੈ, ਪਰ ਅਸੀਂ ਉਹਨਾਂ ਨੂੰ ਇਸ ਕਿਸਮ ਨਾਲ ਜਿਹੜਾ ਹੈ ਕਾਵ ਰੂਪਾਂ ਨੂੰ ਭਾਸ਼ਾ ਦੇ ਆਧਾਰ ਤੇ ਵੰਡਣਾ ਨਾਮੁਮਕਿਨ ਹੈ, ਇਸ ਲਈ ਇਸ ਨੂੰ ਸਵੀਕਾਰਿਆ ਨਹੀਂ ਗਿਆ ਹੈ। ਇਹ ਹੋ ਗਈ ਸਾਡੀ ਭਾਸ਼ਾ ਦੇ ਆਧਾਰ ਤੇ ਵੰਡ ਦੀ ਗੱਲ। ਇਹਦੇ ਤੋਂ ਬਾਅਦ ਅੱਗੇ ਟੇਬਲ ਦਿੱਤੇ ਹੋਏ ਨੇ
3 ਟੇਬਲ ਨੇ, ਇਹਨਾਂ ਵੰਡਾਂ ਨੂੰ ਅਸੀਂ ਜਿਹੜੀਆਂ ਨੇ ਡਿਸਕਸ਼ਨ ਕੀਤੀ ਹੈ, ਪਰ ਕੁਝ ਐਕਸਟਰਾ ਵੀ ਨੇ। ਜੇਕਰ ਅਸੀਂ ਇਹ ਡਾਇਗਰਾਮਸ ਯਾਦ ਕਰ ਸਕੀਏ ਤਾਂ ਵੈਲ ਐਂਡ ਗੁੱਡ ਹੈ, ਨਹੀਂ ਆਪਣੀਆਂ ਜਿਹੜੀਆਂ ਨੇ ਵੰਡਾਂ ਨੇ, ਵਰਗ ਵੰਡ ਨੇ, ਉਹ ਜਿਹੜੇ ਆਧਾਰ ਨੇ ਉਹ ਕਾਫੀ ਨੇ। ਇਹ ਜਿਹੜਾ ਅਲੱਗ-ਅਲੱਗ ਜਿਹੜੇ ਮੁੱਖ ਆਚਾਰਿਆ ਲੋਕ ਨੇ ਉਹਨਾਂ ਨੇ ਵੰਡ ਕਰੀ ਹੈ। ਸਿੰਪਲ ਅਸੀਂ ਇਹਦੇ ਚੋਂ ਲੈ ਵੀ ਸਕਦੇ ਹਾਂ, ਯਾਦ ਕਰ ਸਕੀਏ ਤਾਂ ਬਹੁਤ ਚੰਗੀ ਗੱਲ ਹੈ। ਇਹ 3 ਜਿਹੜੇ ਨੇ ਆਪਣੀਆਂ ਵੰਡਾਂ ਨੇ। ਆਹ ਵਾਲਾ ਤੀਸਰਾ ਜਿਹੜਾ ਲਾਸਟ ਹੈ, ਇਹ ਵੰਡ ਕੀਤੀ ਹੈ। ਇਹ ਡਾਇਗਰਾਮਸ ਨੇ ਆਪਣੀ ਬੁੱਕ ਦੇ ਵਿੱਚ, ਉਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਡਿਸਕਸ ਕਰੀਆਂ ਨੇ, ਇਹ ਥੋੜੀਆਂ ਜਿਹੀ ਹੋਰ ਬਰੀਕੀ ਦੇ ਵਿੱਚ ਨੇ। ਜਿਵੇਂ ਹਰੇਕ ਆਪਾਂ ਨੇ ਵਿਸ਼ਵਨਾਥ ਨੇ ਇਸ ਤਰ੍ਹਾਂ ਜਿਹੜੀ ਹੈ ਉਹ ਵੰਡ ਕਰੀ ਹੈ। ਵਿਸ਼ਵਨਾਥ ਦੀ ਆਪਾਂ ਡਿਸਕਸ਼ਨ ਜਿਹੜੀ ਹੈ ਉਹ ਕੀਤੀ ਹੈ, ਪਹਿਲਾਂ ਵੀ ਕੀਤੀ ਹੈ ਕਿ ਉਹ ਦ੍ਰਿਸ਼ ਤੇ ਸ਼ਰਵ 2 ਦੇ ਵਿੱਚ ਵੰਡ ਕੇ ਅੱਗੋਂ ਇਹਨਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਨੇ ਹੋਰ ਰੂਪਾਂ ਨੂੰ ਕਿਵੇਂ ਰੱਖਦਾ ਹੈ। ਤਾਂ ਇਹ ਅਸੀਂ ਡਾਇਗਰਾਮ ਜਿਹੜੀ ਪ੍ਰੈਕਟਿਸ ਨਾਲ ਯਾਦ ਕਰ ਸਕਦੇ ਹਾਂ। ਇਹ ਅੱਜ ਆਪਣਾ ਹੋ ਗਿਆ ਟੌਪਿਕ ਪੂਰਾ। ਨੋਟਸ ਦਾ ਇੱਕੋ ਹੀ ਤੁਹਾਨੂੰ PDF ਗਈ ਹੈ ਇਹਦੀ, ਤੇ ਵੀਡੀਓਜ਼ ਇਸ ਨਾਲ ਰਿਲੇਟਡ 2 ਵੀਡੀਓਜ਼ ਨੇ ਬੇਟੇ। ਬਾਕੀ ਕੋਈ ਕੁਐਸਚਨ ਹੋਵੇ ਤਾਂ ਪੁੱਛ ਸਕਦੇ ਆ। ਬੜੀ ਸੌਖੀ ਵੰਡ ਹੈ। ਕਾਵ ਭੇਦ ਮਤਲਬ ਕਾਵ ਦੇ ਕਿੰਨੇ ਕਿਸਮਾਂ ਜਿਹੜੀਆਂ ਨੇ ਆਚਾਰਿਆ ਲੋਕਾਂ ਨੇ ਕਰੀਆਂ ਨੇ। ਜੇ ਉਹ ਕਿਸਮਾਂ ਕਰੀਆਂ ਨੇ ਤਾਂ ਕਿਸ ਆਧਾਰ ਤੇ ਕਰੀਆਂ ਨੇ? ਉਹ 3 ਆਧਾਰ ਸਾਡੇ ਕੋਲ ਹੈਗੇ ਨੇ ਕਿ ਰੂਪ ਦੇ ਆਧਾਰ ਤੇ ਹੈ, ਅਰਥ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ। ਠੀਕ ਹੈ ਜੀ, ਥੈਂਕਸ ਅ ਲੋਟ।